वेलकम पंजाबी shorthand.com बी रेडी स्टार्ट। ਅੰਮ੍ਰਿਤਸਰ ਵਿੱਚ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਵਿੱਚ ਵਾਪਰਿਆ ਸਾਕਾ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਇੱਕ ਅਹਿਮ ਘੜੀ ਹੈ। ਡੰਡੀ ਇਸ ਇੱਕ ਘਟਨਾ ਨੇ ਹੀ ਆਜ਼ਾਦੀ ਦੀ ਲੜਾਈ ਨੂੰ ਹੋਰ ਤੇਜ਼ ਕਰ ਦਿੱਤਾ ਸੀ। ਡੰਡੀ ਉਸ ਸਮੇਂ ਮਹਾਤਮਾ ਗਾਂਧੀ ਦੇ ਨਾਲ ਹੋਰ ਅਨੇਕਾਂ ਕੌਮੀ ਆਗੂਆਂ ਨੇ ਇਸ ਘਟਨਾਕ੍ਰਮ ਤੇ ਸਖਤ ਪ੍ਰਤੀਕਰਮ ਪ੍ਰਗਟ ਕੀਤਾ ਸੀ। ਡੰਡੀ ਇਸ ਘਟਨਾ ਦੀ ਕੌਮਾਂਤਰੀ ਪੱਧਰ ਤੇ ਵੀ ਵੱਡੀ ਚਰਚਾ ਹੋਈ ਸੀ, ਜਿਸ ਨੇ ਤਤਕਾਲੀ ਅੰਗਰੇਜ਼ ਹੁਕਮਰਾਨਾਂ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਸੀ। ਡੰਡੀ ਇਸ ਤੋਂ ਬਾਅਦ ਆਜ਼ਾਦੀ ਲਈ ਜੂਝਣ ਵਾਲੇ ਕੌਮੀ ਪਰਵਾਨਿਆਂ ਤੇ ਆਮ ਲੋਕਾਂ ਨੇ ਵੀ ਇਸ ਥਾਂ ਤੋਂ ਹਮੇਸ਼ਾ ਉਤਸ਼ਾਹ ਤੇ ਊਰਜਾ ਪ੍ਰਾਪਤ ਕੀਤੀ ਸੀ। ਡੰਡੀ ਸ਼ਹੀਦ ਊਧਮ ਸਿੰਘ ਤੇ ਸ਼ਹੀਦ ਭਗਤ ਸਿੰਘ ਵੀ ਇਸ ਥਾਂ ਤੋਂ ਸ਼ਕਤੀ ਲੈ ਕੇ ਅਨੇਕਾਂ ਸ਼ਹੀਦਾਂ ਅਤੇ ਵਤਨ ਤੇ ਮਰ ਮਿਟਣ ਵਾਲਿਆਂ ਦੀ ਕਤਾਰ ਵਿੱਚ ਖੜੇ ਦਿਖਾਈ ਦਿੰਦੇ ਹਨ। ਡੰਡੀ ਸ਼ਹੀਦ ਊਧਮ ਸਿੰਘ ਨੇ ਵਾਪਰੇ ਇਸ ਦੁਖਾਂਤ ਦਾ ਬਦਲਾ ਕਈ ਦਹਾਕਿਆਂ ਬਾਅਦ ਇੰਗਲੈਂਡ ਦੀ ਧਰਤੀ ਤੇ ਜਾ ਕੇ ਲਿਆ ਸੀ। ਡੰਡੀ ਪਹਿਰਾਂ ਇਸ ਇਤਿਹਾਸਕ ਬਣ ਚੁੱਕੀ ਥਾਂ ਨੂੰ ਯਾਦਗਾਰ ਦੇ ਰੂਪ ਵਿੱਚ ਸੰਭਾਲਣ ਦਾ ਉਪਰਾਲਾ ਉਸ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ। ਡੰਡੀ ਉਸ ਸਮੇਂ ਇਸ ਦੀ ਸਾਂਭ ਸੰਭਾਲ ਲਈ ਬਣਾਏ ਟਰੱਸਟ ਨੇ ਇਸ ਵਿਰਾਸਤੀ ਯਾਦਗਾਰ ਨੂੰ ਲਗਾਤਾਰ ਸੰਭਾਲਣ ਦਾ ਯਤਨ ਕੀਤਾ। ਡੰਡੀ ਪਰ ਸਮੇਂ-ਸਮੇਂ ਟਰੱਸਟ ਵੱਲੋਂ ਦਿਖਾਈਆਂ ਗਈਆਂ ਅਣਗਹਿਲੀਆਂ ਵੀ ਉਜਾਗਰ ਹੁੰਦੀਆਂ ਰਹੀਆਂ। ਡੰਡੀ ਟਰੱਸਟ ਦੇ ਕੰਮਾਂ ਦੀ ਆਲੋਚਨਾ ਵੀ ਹੁੰਦੀ ਰਹੀ ਅਤੇ ਉਸ ਤੋਂ ਇਸ ਯਾਦਗਾਰ ਨੂੰ ਜਾਣਕਾਰੀ ਭਰਪੂਰ ਬਣਾਉਣ ਦੀ ਵੀ ਉਮੀਦ ਕੀਤੀ ਜਾਂਦੀ ਰਹੀ। ਡੰਡੀ ਚਾਹੇ ਦਹਾਕਿਆਂ ਦੇ ਸਫ਼ਰ ਦੌਰਾਨ ਇਸ ਯਾਦਗਾਰ ਨੂੰ ਸੰਤੁਸ਼ਟੀਜਨਕ ਢੰਗ ਨਾਲ ਉਜਾਗਰ ਨਾ ਕੀਤਾ ਜਾ ਸਕਿਆ, ਪਰ ਫਿਰ ਵੀ ਇੱਥੇ ਲਗਾਤਾਰ ਦੇਸ਼ ਵਿਦੇਸ਼ ਤੋਂ ਆਏ ਸੈਲਾਨੀਆਂ ਅਤੇ ਭਾਵਨਾਤਮਿਕ ਤੌਰ ਤੇ ਜੁੜੇ ਲੋਕਾਂ ਦਾ ਅਕਸਰ ਤਾਂਤਾ ਲੱਗਿਆ ਰਹਿੰਦਾ ਸੀ। ਡੰਡੀ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਟਰੱਸਟੀਆਂ ਦੀ ਸੂਚੀ ਵਿੱਚ ਨਵੇਂ ਨਾਂ ਸ਼ਾਮਲ ਕੀਤੇ ਗਏ। ਡੰਡੀ ਇਸ ਨਵੇਂ ਟਰੱਸਟ ਨੇ ਜਲਿਆਂਵਾਲਾ ਬਾਗ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ ਕੀਤਾ। ਡੰਡੀ 1.5 ਸਾਲ ਦੇ ਅਰਸੇ ਬਾਅਦ ਇਸ ਨੂੰ ਨਵੀਂ ਦਿੱਖ ਦੇ ਨਾਲ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਨਲਾਈਨ ਇਸ ਦਾ ਉਦਘਾਟਨ ਕੀਤਾ ਗਿਆ। ਡੰਡੀ ਨਵੇਂ ਟਰੱਸਟ ਨੇ ਇਸ ਨੂੰ ਨਵੀਂ ਦਿੱਖ ਵਿੱਚ ਪੇਸ਼ ਕਰਨ ਲਈ ਵੱਡੇ ਯਤਨ ਜ਼ਰੂਰ ਕੀਤੇ ਹਨ, ਪਰ ਇਸ ਵਿੱਚ ਰਹਿ ਗਈਆਂ ਵੱਡੀਆਂ
ਖਾਮੀਆਂ ਕਰਕੇ ਇਸ ਦੀ ਵੱਡੇ ਪੱਧਰ ਤੇ ਆਲੋਚਨਾ ਵੀ ਹੋਈ ਹੈ। ਡੰਡੀ ਸਟਾਪ। ਵੈਲਕਮ ਪੰਜਾਬੀ shorthand.com ਬੀ ਰੈਡੀ ਸਟਾਰਟ। ਅੰਮ੍ਰਿਤਸਰ ਵਿੱਚ 13 ਅਪ੍ਰੈਲ 1919 ਨੂੰ ਜਲਿਆਂ ਵਾਲੇ ਬਾਗ ਵਿੱਚ ਵਾਪਰਿਆ ਸਾਕਾ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਇੱਕ ਅਹਿਮ ਕੜੀ ਹੈ। ਡੰਡੀ ਇਸ ਇੱਕ ਘਟਨਾ ਨੇ ਹੀ ਆਜ਼ਾਦੀ ਦੀ ਲੜਾਈ ਨੂੰ ਹੋਰ ਤੇਜ਼ ਕਰ ਦਿੱਤਾ ਸੀ। ਡੰਡੀ ਉਸ ਸਮੇਂ ਮਹਾਤਮਾ ਗਾਂਧੀ ਦੇ ਨਾਲ ਹੋਰ ਅਨੇਕਾਂ ਕੌਮੀ ਆਗੂਆਂ ਨੇ ਇਸ ਘਟਨਾਕ੍ਰਮ ਤੇ ਸਖਤ ਪ੍ਰਤੀਕਰਮ ਪ੍ਰਗਟ ਕੀਤਾ ਸੀ। ਡੰਡੀ ਇਸ ਘਟਨਾ ਦੀ ਕੌਮਾਂਤਰੀ ਪੱਧਰ ਤੇ ਵੀ ਵੱਡੀ ਚਰਚਾ ਹੋਈ ਸੀ, ਜਿਸ ਨੇ ਤਤਕਾਲੀ ਅੰਗਰੇਜ਼ ਹੁਕਮਰਾਨਾਂ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਸੀ। ਡੰਡੀ ਇਸ ਤੋਂ ਬਾਅਦ ਆਜ਼ਾਦੀ ਲਈ ਜੂਝਣ ਵਾਲੇ ਕੌਮੀ ਪਰਵਾਨਿਆਂ ਤੇ ਆਮ ਲੋਕਾਂ ਨੇ ਵੀ ਇਸ ਥਾਂ ਤੋਂ ਹਮੇਸ਼ਾ ਉਤਸ਼ਾਹ ਤੇ ਊਰਜਾ ਪ੍ਰਾਪਤ ਕੀਤੀ ਸੀ। ਡੰਡੀ ਸ਼ਹੀਦ ਊਧਮ ਸਿੰਘ ਤੇ ਸ਼ਹੀਦ ਭਗਤ ਸਿੰਘ ਵੀ ਇਸ ਥਾਂ ਤੋਂ ਸ਼ਕਤੀ ਲੈ ਕੇ ਅਨੇਕਾਂ ਸ਼ਹੀਦਾਂ ਅਤੇ ਵਤਨ ਤੇ ਮਰ ਮਿਟਣ ਵਾਲਿਆਂ ਦੀ ਕਤਾਰ ਵਿੱਚ ਖੜੇ ਦਿਖਾਈ ਦਿੰਦੇ ਹਨ। ਡੰਡੀ ਸ਼ਹੀਦ ਊਧਮ ਸਿੰਘ ਨੇ ਵਾਪਰੇ ਇਸ ਦੁਖਾਂਤ ਦਾ ਬਦਲਾ ਕਈ ਦਹਾਕਿਆਂ ਬਾਅਦ ਇੰਗਲੈਂਡ ਦੀ ਧਰਤੀ ਤੇ ਜਾ ਕੇ ਲਿਆ ਸੀ। ਡੰਡੀ ਪੈਰਾ ਇਸ ਇਤਿਹਾਸਕ ਬਣ ਚੁੱਕੀ ਥਾਂ ਨੂੰ ਯਾਦਗਾਰ ਦੇ ਰੂਪ ਵਿੱਚ ਸੰਭਾਲਣ ਦਾ ਉਪਰਾਲਾ ਉਸੇ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ। ਡੰਡੀ ਉਸ ਸਮੇਂ ਇਸ ਦੀ ਸਾਂਭ ਸੰਭਾਲ ਲਈ ਬਣਾਏ ਟਰਸਟ ਨੇ ਇਸ ਵਿਰਾਸਤੀ ਯਾਦਗਾਰ ਨੂੰ ਲਗਾਤਾਰ ਸੰਭਾਲਣ ਦਾ ਯਤਨ ਕੀਤਾ। ਡੰਡੀ ਪਰ ਸਮੇਂ-ਸਮੇਂ ਟਰਸਟ ਵੱਲੋਂ ਦਿਖਾਈਆਂ ਗਈਆਂ ਅਣਗਹਿਲੀਆਂ ਵੀ ਉਜਾਗਰ ਹੁੰਦੀਆਂ ਰਹੀਆਂ। ਡੰਡੀ ਟਰਸਟ ਦੇ ਕੰਮਾਂ ਦੀ ਆਲੋਚਨਾ ਵੀ ਹੁੰਦੀ ਰਹੀ ਅਤੇ ਉਸ ਤੋਂ ਇਸ ਯਾਦਗਾਰ ਨੂੰ ਜਾਣਕਾਰੀ ਭਰਪੂਰ ਬਣਾਉਣ ਦੀ ਵੀ ਉਮੀਦ ਕੀਤੀ ਜਾਂਦੀ ਰਹੀ। ਡੰਡੀ ਚਾਹੇ ਦਹਾਕਿਆਂ ਦੇ ਸਫ਼ਰ ਦੌਰਾਨ ਇਸ ਯਾਦਗਾਰ ਨੂੰ ਸੰਤੁਸ਼ਟੀਜਨਕ ਢੰਗ ਨਾਲ ਉਜਾਗਰ ਨਾ ਕੀਤਾ ਜਾ ਸਕਿਆ, ਪਰ ਫਿਰ ਵੀ ਇੱਥੇ ਲਗਾਤਾਰ ਦੇਸ਼ ਵਿਦੇਸ਼ ਤੋਂ ਆਏ ਸੈਲਾਨੀਆਂ ਅਤੇ ਭਾਵਨਾਤਮਿਕ ਤੌਰ ਤੇ ਜੁੜੇ ਲੋਕਾਂ ਦਾ ਅਕਸਰ ਤਾਂਤਾ ਲੱਗਿਆ ਰਹਿੰਦਾ ਸੀ। ਡੰਡੀ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਟਰਸਟੀਆਂ ਦੀ ਸੂਚੀ ਵਿੱਚ ਨਵੇਂ ਨਾਂ ਸ਼ਾਮਿਲ ਕੀਤੇ ਗਏ। ਡੰਡੀ ਇਸ ਨਵੇਂ ਟਰਸਟ ਨੇ ਜਲਿਆਂ ਵਾਲੇ ਬਾਗ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ ਕੀਤਾ। ਡੰਡੀ 1.5 ਸਾਲ ਦੇ ਅਰਸੇ ਬਾਅਦ ਇਸ ਨੂੰ ਨਵੀਂ ਦਿੱਖ ਦੇ ਨਾਲ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਨਲਾਈਨ ਇਸ ਦਾ ਉਦਘਾਟਨ ਕੀਤਾ ਗਿਆ। ਡੰਡੀ ਨਵੇਂ ਟਰਸਟ ਨੇ ਇਸ ਨੂੰ ਨਵੀਂ ਦਿੱਖ ਵਿੱਚ ਪੇਸ਼ ਕਰਨ ਲਈ ਵੱਡੇ ਯਤਨ ਜ਼ਰੂਰ ਕੀਤੇ ਹਨ, ਪਰ ਇਸ ਵਿੱਚ ਰਹਿ ਗਈਆਂ ਵੱਡੀਆਂ ਖਾਮੀਆਂ ਕਰਕੇ ਇਸ ਦੀ ਵੱਡੇ ਪੱਧਰ ਤੇ ਆਲੋਚਨਾ ਵੀ ਹੋਈ ਹੈ। ਡੰਡੀ ਕੁਝ ਵੱਡੇ ਸਿਆਸੀ ਆਗੂਆਂ ਨੇ ਆਪੋ ਆਪਣੀ ਪਾਰਟੀ ਦੇ ਨੁਕਤਾ ਨਿਗਾਹ ਤੋਂ ਇਸ ਦੀ ਆਲੋਚਨਾ ਕੀਤੀ ਹੈ, ਪਰ ਇਸ ਦੇ ਨਾਲ-ਨਾਲ ਸਮੇਂ ਦੇ ਪ੍ਰਸਿੱਧ ਇਤਿਹਾਸਕਾਰਾਂ ਤੇ ਬੁੱਧੀਜੀਵੀਆਂ ਨੇ ਵੀ ਇਸ ਨੂੰ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਇਆ ਹੈ। ਡੰਡੀ ਇਨ੍ਹਾਂ ਵਿੱਚ ਬਰਤਾਨੀਆ ਦੀ ਇਤਿਹਾਸਕਾਰ ਕਿਮ ਏ ਵੈਗਨਰ ਵੀ ਸ਼ਾਮਲ ਸੀ, ਜਿਸ ਨੇ ਜਲਿਆਂਵਾਲਾ ਬਾਗ ਬਾਰੇ ਇੱਕ ਖੋਜ ਭਰਪੂਰ ਪੁਸਤਕ ਵੀ ਲਿਖੀ ਹੈ। ਡੰਡੀ ਕਿਮ ਨੇ ਇਸ ਦੇ
ਕੀਤੇ ਗਏ ਸੁੰਦਰੀਕਰਨ ਦਾ ਜ਼ਿਕਰ ਕਰਦਿਆਂ ਇਸ ਯਾਦਗਾਰ ਦੀਆਂ ਪੁਰਾਣੀਆਂ ਨਿਸ਼ਾਨੀਆਂ ਨੂੰ ਹਟਾ ਦੇਣ ਦਾ ਜ਼ਿਕਰ ਕੀਤਾ ਹੈ। ਡੰਡੀ ਸਟਾਪ। ਵੈਲਕਮ ਪੰਜਾਬੀ shorthand.com ਬੀ ਰੈਡੀ ਸਟਾਰਟ। ਅੰਮ੍ਰਿਤਸਰ ਵਿੱਚ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਵਿੱਚ ਵਾਪਰਿਆ ਸਾਕਾ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਇੱਕ ਅਹਿਮ ਕੜੀ ਹੈ। ਡੰਡੀ ਇਸ ਇੱਕ ਘਟਨਾ ਨੇ ਹੀ ਆਜ਼ਾਦੀ ਦੀ ਲੜਾਈ ਨੂੰ ਹੋਰ ਤੇਜ਼ ਕਰ ਦਿੱਤਾ ਸੀ। ਡੰਡੀ ਉਸ ਸਮੇਂ ਮਹਾਤਮਾ ਗਾਂਧੀ ਦੇ ਨਾਲ ਹੋਰ ਅਨੇਕਾਂ ਕੌਮੀ ਆਗੂਆਂ ਨੇ ਇਸ ਘਟਨਾਕ੍ਰਮ ਤੇ ਸਖਤ ਪ੍ਰਤੀਕਰਮ ਪ੍ਰਗਟ ਕੀਤਾ ਸੀ। ਡੰਡੀ ਇਸ ਘਟਨਾ ਦੀ ਕੌਮਾਂਤਰੀ ਪੱਧਰ ਤੇ ਵੀ ਵੱਡੀ ਚਰਚਾ ਹੋਈ ਸੀ, ਜਿਸ ਨੇ ਤਤਕਾਲੀ ਅੰਗਰੇਜ਼ ਹੁਕਮਰਾਨਾਂ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਸੀ। ਡੰਡੀ ਇਸ ਤੋਂ ਬਾਅਦ ਆਜ਼ਾਦੀ ਲਈ ਜੂਝਣ ਵਾਲੇ ਕੌਮੀ ਪਰਵਾਨਿਆਂ ਤੇ ਆਮ ਲੋਕਾਂ ਨੇ ਵੀ ਇਸ ਥਾਂ ਤੋਂ ਹਮੇਸ਼ਾ ਉਤਸ਼ਾਹ ਤੇ ਊਰਜਾ ਪ੍ਰਾਪਤ ਕੀਤੀ ਸੀ। ਡੰਡੀ ਸ਼ਹੀਦ ਊਧਮ ਸਿੰਘ ਤੇ ਸ਼ਹੀਦ ਭਗਤ ਸਿੰਘ ਵੀ ਇਸ ਥਾਂ ਤੋਂ ਸ਼ਕਤੀ ਲੈ ਕੇ ਅਨੇਕਾਂ ਸ਼ਹੀਦਾਂ ਅਤੇ ਵਤਨ ਤੇ ਮਰ ਮਿਟਣ ਵਾਲਿਆਂ ਦੀ ਕਤਾਰ ਵਿੱਚ ਖੜੇ ਦਿਖਾਈ ਦਿੰਦੇ ਹਨ। ਡੰਡੀ ਸ਼ਹੀਦ ਊਧਮ ਸਿੰਘ ਨੇ ਵਾਪਰੇ ਇਸ ਦੁਖਾਂਤ ਦਾ ਬਦਲਾ ਕਈ ਦਹਾਕਿਆਂ ਬਾਅਦ ਇੰਗਲੈਂਡ ਦੀ ਧਰਤੀ ਤੇ ਜਾ ਕੇ ਲਿਆ ਸੀ। ਡੰਡੀ ਪੈਰਾ ਇਸ ਇਤਿਹਾਸਕ ਬਣ ਚੁੱਕੀ ਥਾਂ ਨੂੰ ਯਾਦਗਾਰ ਦੇ ਰੂਪ ਵਿੱਚ ਸੰਭਾਲਣ ਦਾ ਉਪਰਾਲਾ ਉਸੇ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ। ਡੰਡੀ ਉਸ ਸਮੇਂ ਇਸ ਦੀ ਸਾਂਭ ਸੰਭਾਲ ਲਈ ਬਣਾਏ ਟਰਸਟ ਨੇ ਇਸ ਵਿਰਾਸਤੀ ਯਾਦਗਾਰ ਨੂੰ ਲਗਾਤਾਰ ਸੰਭਾਲਣ ਦਾ ਯਤਨ ਕੀਤਾ। ਡੰਡੀ ਪਰ ਸਮੇਂ-ਸਮੇਂ ਟਰਸਟ ਵੱਲੋਂ ਦਿਖਾਈਆਂ ਗਈਆਂ ਅਣਗਹਿਲੀਆਂ ਵੀ ਉਜਾਗਰ ਹੁੰਦੀਆਂ ਰਹੀਆਂ। ਡੰਡੀ ਟਰਸਟ ਦੇ ਕੰਮਾਂ ਦੀ ਆਲੋਚਨਾ ਵੀ ਹੁੰਦੀ ਰਹੀ ਅਤੇ ਉਸ ਤੋਂ ਇਸ ਯਾਦਗਾਰ ਨੂੰ ਜਾਣਕਾਰੀ ਭਰਪੂਰ ਬਣਾਉਣ ਦੀ ਵੀ ਉਮੀਦ ਕੀਤੀ ਜਾਂਦੀ ਰਹੀ। ਡੰਡੀ ਚਾਹੇ ਦਹਾਕਿਆਂ ਦੇ ਸਫ਼ਰ ਦੌਰਾਨ ਇਸ ਯਾਦਗਾਰ ਨੂੰ ਸੰਤੁਸ਼ਟੀਜਨਕ ਢੰਗ ਨਾਲ ਉਜਾਗਰ ਨਾ ਕੀਤਾ ਜਾ ਸਕਿਆ, ਪਰ ਫਿਰ ਵੀ ਇੱਥੇ ਲਗਾਤਾਰ ਦੇਸ਼ ਵਿਦੇਸ਼ ਤੋਂ ਆਏ ਸੈਲਾਨੀਆਂ ਅਤੇ ਭਾਵਨਾਤਮਕ ਤੌਰ ਤੇ ਜੁੜੇ ਲੋਕਾਂ ਦਾ ਅਕਸਰ ਤਾਂਤਾ ਲੱਗਿਆ ਰਹਿੰਦਾ ਸੀ। ਡੰਡੀ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਟਰਸਟੀਆਂ ਦੀ ਸੂਚੀ ਵਿੱਚ ਨਵੇਂ ਨਾਂ ਸ਼ਾਮਲ ਕੀਤੇ ਗਏ। ਡੰਡੀ ਇਸ ਨਵੇਂ ਟਰਸਟ ਨੇ ਜਲਿਆਂਵਾਲਾ ਬਾਗ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ ਕੀਤਾ। ਡੰਡੀ 1.5 ਸਾਲ ਦੇ ਅਰਸੇ ਬਾਅਦ ਇਸ ਨੂੰ ਨਵੀਂ ਦਿੱਖ ਦੇ ਨਾਲ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਨਲਾਈਨ ਇਸ ਦਾ ਉਦਘਾਟਨ ਕੀਤਾ ਗਿਆ। ਡੰਡੀ ਨਵੇਂ ਟਰਸਟ ਨੇ ਇਸ ਨੂੰ ਨਵੀਂ ਦਿੱਖ ਵਿੱਚ ਪੇਸ਼ ਕਰਨ ਲਈ ਵੱਡੇ ਯਤਨ ਜ਼ਰੂਰ ਕੀਤੇ ਹਨ, ਪਰ ਇਸ ਵਿੱਚ ਰਹਿ ਗਈਆਂ ਵੱਡੀਆਂ ਖਾਮੀਆਂ ਕਰਕੇ ਇਸ ਦੀ ਵੱਡੇ ਪੱਧਰ ਤੇ ਆਲੋਚਨਾ ਵੀ ਹੋਈ ਹੈ। ਡੰਡੀ ਕੁਝ ਵੱਡੇ ਸਿਆਸੀ ਆਗੂਆਂ ਨੇ ਆਪੋ ਆਪਣੀ ਪਾਰਟੀ ਦੇ ਨੁਕਤਾ ਨਿਗਾਹ ਤੋਂ ਇਸ ਦੀ ਆਲੋਚਨਾ ਕੀਤੀ ਹੈ, ਪਰ ਇਸ ਦੇ ਨਾਲ-ਨਾਲ ਸਮੇਂ ਦੇ ਪ੍ਰਸਿੱਧ ਇਤਿਹਾਸਕਾਰਾਂ ਤੇ ਬੁੱਧੀਜੀਵੀਆਂ ਨੇ ਵੀ ਇਸ ਨੂੰ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਇਆ ਹੈ। ਡੰਡੀ ਇਨ੍ਹਾਂ ਵਿੱਚ ਬਰਤਾਨੀਆ ਦੀ ਇਤਿਹਾਸਕਾਰ ਕਿਮ ਏ ਵੈਗਨਰ ਵੀ ਸ਼ਾਮਲ ਹੈ, ਜਿਸ ਨੇ ਜਲਿਆਂਵਾਲਾ ਬਾਗ ਬਾਰੇ ਇੱਕ ਖੋਜ ਭਰਪੂਰ ਪੁਸਤਕ ਵੀ ਲਿਖੀ ਹੈ। ਡੰਡੀ ਕਿਮ ਨੇ ਇਸ ਦੇ ਕੀਤੇ ਗਏ ਸੁੰਦਰੀਕਰਨ ਦਾ ਜ਼ਿਕਰ ਕਰਦਿਆਂ ਇਸ ਯਾਦਗਾਰ ਦੀਆਂ ਪੁਰਾਣੀਆਂ ਨਿਸ਼ਾਨੀਆਂ ਨੂੰ ਹਟਾ ਦੇਣ ਦਾ ਜ਼ਿਕਰ ਕੀਤਾ ਹੈ। ਡੰਡੀ ਉਸਨੇ ਉਸ ਭੀੜੀ ਗਲੀ ਦਾ ਵੀ ਜ਼ਿਕਰ ਕੀਤਾ ਹੈ ਜਿਸ ਵਿੱਚੋਂ ਜਨਰਲ ਰੇਨਾਲਡ ਐਡਵਰਡ ਹੈਰੀ ਡਾਇਰ ਸਮੇਤ ਉਸ ਦੀ ਫੌਜੀ ਟੁਕੜੀ ਗੁਜ਼ਰੀ ਸੀ ਅਤੇ ਲੋਕਾਂ ਦੇ ਇਕੱਠ ਨੂੰ ਘੇਰਾ ਪਾਇਆ ਗਿਆ ਸੀ। ਡੰਡੀ ਉਸਨੇ ਇਸ ਇਤਿਹਾਸਕ ਗਲੀ ਦੀਆਂ ਪਿਛਲੀਆਂ ਨਿਸ਼ਾਨੀਆਂ ਦੀ ਥਾਂ ਤੇ ਇਸ ਨੂੰ ਨਵੇਂ
ਰੂਪ ਵਿੱਚ ਪੇਸ਼ ਕਰਨ ਤੇ ਸਖਤ ਇਤਰਾਜ਼ ਕੀਤਾ ਹੈ। ਡੰਡੀ ਪੈਰਾ। ਪ੍ਰਸਿੱਧ ਇਤਿਹਾਸਕਾਰ ਇਰਫਾਨ ਹਬੀਬ ਸਮੇਤ ਕੁਝ ਵੱਡੇ ਬੁੱਧੀਜੀਵੀਆਂ ਨੇ ਇਸ ਦੇ ਸੁੰਦਰੀਕਰਨ ਦੀ ਗੱਲ